दोस्तों वैलकम है तुहाडा साडे चैनल माला मणकेत ते। किताब है मेलजोल, लेखक नरिंदर सिंह कपूर, लेख का नाम भोजन। दोस्तों भोजन संबंधी जो चर्चा नरिंदर सिंह कपूर जी ने की है वो बहुत ही वधिया है। सो दोस्तों कापी पैन लैके नाल जरूर बैठियो तो गल्लां नूं नोट जरूर करियो क्योंकि बहुत सोहणियां गल्लां कहियां गईयां हन। सो हुण आपां वीडियो शुरू करते हैं। पेट का कोई धर्म नहीं हुंदा, भुखे व्यक्ति नूं कोई उपदेश नहीं सुनता। जदों भुख लगी होवे उस समय बहस नहीं की जा सकती। भुखे आदमी कोल रोटी राड़न जां आलू छिलण दा सबर नहीं हुंदा। भुखे बंदे लई हर समा खाण लई शुभ हुंदा है। भुखियां दे देश विच पतीले अते कड़छी वाला व्यक्ति ही राजा हुंदा है। सब नूं धोखा दिता जा सकता है पर पेट सामने कोई भी धोखा सफल नहीं हुंदा। जे कोई भुखा व्यक्ति किसी चोण विच खड़ा हो जाए तो निश्चय ही खाली थाली उसका चोण निशान होवेगा। स्वैमान जां अणख जां इज्जत जां सत्कार आदि दे अर्थ उसे अनुपात विच हुंदे हन जिस अनुपात विच साडे कोल खाण पीण लई खुला भोजन होवे। भुखे व्यक्ति नूं सिवाए रोटी तो कुछ नहीं दिखाई दिंदा। सो पेट की भुख जदों अखां विच आ वसे तां नींदर खारज हो जाती है। मनुख उतना चिर ही जिउंदा है जदों तक वो कुछ खा पी सकदा होवे। नस्ल नूं अगे चलाउण दे कारज लई खाना अते संभोग करना प्रकृति वल्लों हर मनुख नूं सौंपे गए दो प्रमुख कारज हन। सोचना, फलसफे उसारने, ਸਾਹਿਤ रचना, संगीत सिरजना आदि कारण भोजन खाण की समस्या नूं हल करन उपरंत ही संभव हुंदे हन। खाना अते संभोग करना दो अजिहे कारज हन जिन्हां लई किसी नूं प्रेरणा नहीं पैंदा। दुनिया की बहु गिणती इन्हां दो मुढ़लियां क्रियावां विच लगी हुई है। जदों कोई मनुख काम नूं भी खाण अते संभोग वाली दिलचस्पी नाल करे तां ही उसकी शख्सियत विकास दे राह पैंदी है ਅਤੇ ਉਸ ਦਾ ਜੀਵਨ ਦੋ ਦੀ ਥਾਂ ਭੋਜਨ, ਸੰਭੋਗ ਅਤੇ ਕੰਮ ਤਿੰਨਾਂ ਪੱਧਰਾਂ ਉੱਤੇ ਵਿਚਰਨਾ ਸ਼ੁਰੂ ਹੁੰਦਾ ਹੈ। ਇਸ ਤੋਂ ਵੀ ਅਗਲੇਰੀ ਸਥਿਤੀ ਹੈ ਕੁਝ ਸਿਰਜਣ ਜਾਂ ਰਚਣ ਦੀ, ਜਿਸ ਨਾਲ ਮਨੁੱਖ ਕਲਾਕਾਰ ਬਣ ਜਾਂਦਾ ਹੈ। ਸੰਸਾਰ ਦੇ ਸਾਰੇ ਮਹਾਨ ਵਿਅਕਤੀ ਇਸ ਲਈ ਪ੍ਰਸਿੱਧ ਹਨ ਕਿਉਂਕਿ ਉਹ ਸਿਰਜਣਾ ਦੀ ਚੌਥੀ ਸਥਿਤੀ ਵਿੱਚ ਵਿਚਰਦੇ ਰਹੇ ਹਨ। ਅਜਿਹੇ ਵਿਅਕਤੀਆਂ ਲਈ ਖਾਣ ਅਤੇ ਸੰਭੋਗ ਦੀ ਥਾਂ ਕੰਮ ਅਤੇ ਸਿਰਜਣਾ ਮਹੱਤਵਪੂਰਨ ਹੋ ਜਾਂਦੇ ਹਨ। ਜਿਨ੍ਹਾਂ ਲੋਕਾਂ ਕੋਲ ਭੋਜਨ ਖੁੱਲ੍ਹਾ ਹੁੰਦਾ ਹੈ पर ਸੱਭਿਆਚਾਰਕ ਅਮੀਰੀ ਨਹੀਂ ਹੁੰਦੀ ਉਹ ਤੁਹਾਨੂੰ ਅਰਥਪੂਰਨ ਗੱਲਬਾਤ ਰਾਹੀਂ ਨਹੀਂ ਭਰੀਆਂ ਪਲੇਟਾਂ ਨਾਲ ਭਰਮਾਉਣ ਦਾ ਯਤਨ ਕਰਨਗੇ। ਸਾਡੇ ਮੱਧਕਾਲੀ ਰਾਜੇ ਮਹਾਰਾਜੇ ਖਾਣ ਅਤੇ ਸੰਭੋਗ ਦੀਆਂ ਲਾਲਸਾਵਾਂ ਅਤੇ ਭੁੱਖਾਂ ਵਿੱਚ ਉਲਝੇ ਰਹੇ ਹਨ ਅਤੇ ਨਤੀਜਾ ਇਹ ਹੋਇਆ ਹੈ ਕਿ ਅਸੀਂ ਸੱਭਿਆਚਾਰਕ ਵਿਕਾਸ ਦੇ ਰਾਹ ਪਏ ਹੀ ਨਹੀਂ। ਸਾਡੇ ਕੋਲ ਅਮੀਰੀ ਦਾ ਸੰਕਲਪ ਹੈ ਹੀ ਨਹੀਂ ਅਤੇ ਨਤੀਜੇ ਵਜੋਂ ਅਸੀਂ ਖਾਣ ਪੀਣ ਅਤੇ ਹੰਡਾਉਣ ਅਤੇ ਸੰਭੋਗ ਦੀਆਂ ਖੁੱਲ੍ਹੀਆਂ ਸੰਭਾਵਨਾਵਾਂ ਨੂੰ ਹੀ ਅਮੀਰੀ ਸਮਝਣ ਦਾ ਭੁਲੇਖਾ ਖਾ ਬੈਠੇ ਹਾਂ। ਖਾਣਾ ਨਿਰਸੰਦੇਹ ਜੀਵਨ ਦਾ ਇੱਕ ਮਹੱਤਵਪੂਰਨ ਅਮਲ ਹੈ ਪਰ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਖਾਣ ਲਈ ਜਿਉਂਦੇ ਹਾਂ ਜਾਂ ਜਿਉਣ ਲਈ ਖਾਂਦੇ ਹਾਂ। ਭੁੱਖ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਸਾਡੀ ਸੋਚ ਉਸਾਰਦਾ ਹੈ। ਇੱਕ ਸਿਆਣੇ ਨੇ ਕਿਹਾ ਹੈ, ਮੈਨੂੰ ਦੱਸੋ ਤੁਸੀਂ ਕੀ ਖਾਂਦੇ ਹੋ, ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਕੀ ਹੋ ਤੇ ਕੀ ਸੋਚਦੇ ਹੋ। ਭਾਰਤ ਵਿੱਚ ਅਹਿੰਸਾਵਾਦ ਦਾ ਪ੍ਰਚਾਰ ਸੰਭਵ ਹੀ ਤਾਂ ਹੋਇਆ ਜਦੋਂ ਅਸੀਂ ਆਪਣੇ ਭੋਜਨ ਵਿੱਚੋਂ ਮਨ ਨੂੰ ਭਟਕਾਉਣ ਅਤੇ ਵਿਕਾਰ ਉਪਜਾਉਣ ਅਤੇ ਉਤੇਜਿਤ ਕਰਨ ਵਾਲੀ ਸਮੱਗਰੀ ਹੀ ਖਾਰਜ ਕਰ ਦਿੱਤੀ। ਬਹਾਦਰ ਜਾਨਵਰ ਉਹੀ ਗਿਣੇ ਜਾਂਦੇ ਹਨ ਜਿਹੜੇ ਮਾਸ ਖਾਂਦੇ ਹਨ ਅਤੇ ਦੁਨੀਆ ਦੀਆਂ ਬਹਾਦਰ ਕੌਮਾਂ ਵੀ ਮਾਸ ਖਾਣ ਵਾਲੇ ਲੋਕਾਂ ਦੀਆਂ ਹੀ ਹਨ। ਪਰ ਆਤਮਿਕ ਸੋਚ ਉਡਾਰੀਆਂ ਮਾਸ ਨਾ ਖਾਣ ਵਾਲੀਆਂ ਕੌਮਾਂ ਨੇ ਹੀ ਲਾਈਆਂ ਹਨ। ਜਿਸ ਕਿਸਮ ਦਾ ਅਸੀਂ ਭੋਜਨ ਖਾਂਦੇ ਹਾਂ ਉਸੇ ਅਨੁਸਾਰ ਹੀ ਸਾਡੀ ਸੋਚ ਉਸਰਦੀ ਹੈ ਅਤੇ ਜੀਵਨ ਆਦਰਸ਼ ਉੱਭਰਦੇ ਹਨ। ਸਪਸ਼ਟ ਹੈ ਕਿ ਭੋਜਨ ਸਾਡੀ ਸ਼ਖਸੀਅਤ ਅਤੇ ਸੋਚ ਉਸਾਰੀ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਆਪਣੇ ਜੀਵਨ ਵਿੱਚ ਆਦਰਸ਼ਾਂ, ਆਪਣੀ ਸੋਚ ਅਤੇ ਆਪਣੀ ਲੋੜ ਅਨੁਸਾਰ ਹੀ ਸਾਨੂੰ ਆਪਣਾ ਭੋਜਨ ਨਿਰਧਾਰਤ ਕਰਨਾ ਚਾਹੀਦਾ ਹੈ। ਕਿਸੇ ਯੂਨਾਨੀ ਨੇ ਫਿਲਾਸਫਰ ਡਾਇਓਜਨੀਸ ਨੂੰ ਪੁੱਛਿਆ, ਮਨੁੱਖ ਨੂੰ ਭੋਜਨ ਕਦੋਂ ਖਾਣਾ ਚਾਹੀਦਾ ਹੈ? ਉੱਤਰ ਮਿਲਿਆ, ਅਮੀਰ ਨੂੰ ਉਦੋਂ ਜਦੋਂ ਉਸ ਦਾ ਦਿਲ ਕਰੇ ਅਤੇ ਗਰੀਬ ਨੂੰ ਉਦੋਂ ਜਦੋਂ ਉਸ ਨੂੰ ਮਿਲ ਜਾਵੇ। ਬੱਚੇ ਅਤੇ ਜਵਾਨ ਵਿਅਕਤੀ ਕਿਸੇ ਵੀ ਵੇਲੇ ਕੁਝ ਵੀ ਖਾ ਸਕਦੇ ਹਨ ਪਰ ਸਿਆਣੀ ਉਮਰ ਦੇ ਵਿਅਕਤੀ ਸਮੇਂ ਅਤੇ ਲੋੜ ਅਨੁਸਾਰ ਖਾਂਦੇ ਹਨ। ਕਿਸੇ ਵਿਅਕਤੀ ਨੂੰ ਖਾਂਦਿਆਂ ਵੇਖ ਕੇ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹ ਖੁੱਲ੍ਹ ਦਿਲਾ ਹੈ ਜਾਂ ਕੰਜੂਸ, ਫਜ਼ੂਲ ਖਰਚ ਹੈ ਜਾਂ ਸੰਜਮੀ, ਪਰਉਪਕਾਰੀ ਹੈ ਜਾਂ ਸਵਾਰਥੀ, ਮਿਲਣ ਵਰਤਣ ਵਾਲਾ ਹੈ ਜਾਂ ਹੋਸ਼ਾ, ਪਰੰਪਰਾ ਪੂਜ ਹੈ ਜਾਂ ਅਗਾਂਹ-ਵਧੂ। ਕਈ ਵਿਅਕਤੀਆਂ ਦਾ ਭੋਜਨ ਨਾਲ ਢਿੱਡ ਤਾਂ ਭਰ ਜਾਂਦਾ ਹੈ ਪਰ ਉਹਨਾਂ ਦੀ ਅੱਖ ਨਹੀਂ ਰੱਜਦੀ। ਸੁਸਤ ਬੰਦਿਆਂ ਦਾ ਢਿੱਡ ਕਦੀ ਭਰਦਾ ਹੀ ਨਹੀਂ ਅਤੇ ਮੰਗਤਿਆਂ ਦਾ ਮੂੰਹ ਲੈਟਰ ਬਾਕਸ ਵਾਂਗ ਖੁੱਲ੍ਹਾ ਰਹਿੰਦਾ ਹੈ।
ਮੰਗਤੇ ਸਮਾਜ ਨੂੰ ਕੋਈ ਯੋਗਦਾਨ ਨਹੀਂ ਦਿੰਦੇ, ਸਗੋਂ ਉਹਨਾਂ ਦੇ ਮੂੰਹ ਤੇ ਲਿਖਿਆ ਹੁੰਦਾ ਹੈ ਹੋਰ ਲਿਆਓ ਹੋਰ ਲਿਆਓ। ਬਹੁਤੇ ਲੋਕ ਭੋਜਨ ਦੇ ਪੱਖੋਂ ਮੰਗਤਿਆਂ ਵਾਲਾ ਕਾਰਜ ਹੀ ਨਿਭਾਉਣ ਵਿੱਚ ਰੁੱਝੇ ਹੋਏ ਹਨ। ਸਭ ਪ੍ਰਕਾਰ ਦੇ ਸੰਜਮ ਖਾਣ ਦੇ ਸੰਜਮ ਤੋਂ ਆਰੰਭ ਹੁੰਦੇ ਹਨ। ਜਿਹੜਾ ਖਾਣ ਵਿੱਚ ਬੇਨੇਮਾ ਹੈ ਉਹ ਸਮੇਂ ਦਾ ਪਾਬੰਦ ਨਹੀਂ ਹੋ ਸਕਦਾ, ਨਾ ਹੀ ਉਸ ਨੂੰ ਆਪਣੀ ਆਮਦਨ ਵਿੱਚ ਗੁਜ਼ਾਰਾ ਕਰਨ ਦੀ ਆਦਤ ਹੁੰਦੀ ਹੈ। ਜਿਨ੍ਹਾਂ ਘਰਾਂ ਵਿੱਚ ਖਾਣ ਦਾ ਸੰਜਮ ਨਹੀਂ ਹੁੰਦਾ ਉੱਥੇ ਹੋਰ ਭਾਵੇਂ ਕੁਝ ਹੋਵੇ, ਸਰੀਰਕ ਸੁੰਦਰਤਾ ਜਾਂ ਗਿਆਨ ਦੀ ਅਮੀਰੀ ਨਹੀਂ ਹੋਵੇਗੀ। ਜਿਸ ਵਿਅਕਤੀ ਨੂੰ ਬਿਨਾਂ ਕੰਮ ਕੀਤਿਆਂ ਭੋਜਨ ਮਿਲਣ ਲੱਗ ਜਾਵੇ ਉਸ ਨੂੰ ਕੰਮ ਕਰਨ ਦੀ ਆਦਤ ਨਹੀਂ ਪੈਂਦੀ ਅਤੇ ਅਜਿਹੇ ਵਿਅਕਤੀ ਹੀ ਸਮਾਜ ਵਿੱਚ ਵਿਭਾਚਾਰ ਫੈਲਾਉਂਦੇ ਹਨ। ਜਿਨ੍ਹਾਂ ਨੂੰ ਵਿਰਸੇ ਵਿੱਚ ਜਾਇਦਾਦ ਤਾਂ ਮਿਲਦੀ ਹੈ ਪਰ ਕੰਮ ਕਰਨ ਦੀ ਆਦਤ ਨਹੀਂ ਮਿਲਦੀ, ਉਹ ਆਪਣੇ ਭਰਾਵਾਂ ਨਾਲ ਹੀ ਮੁਕੱਦਮੇਬਾਜ਼ੀ ਵਿੱਚ ਉਲਝੇ ਰਹਿੰਦੇ ਹਨ ਅਤੇ ਅਜਿਹੇ ਵਿਅਕਤੀ ਵਿੱਚ ਦੂਜਿਆਂ ਦਾ ਧਿਆਨ ਖਿੱਚਣ ਲਈ ਝਗੜੇ ਕਰਨ ਜਾਂ ਬਿਮਾਰ ਹੋਣ ਦੀ ਰੁਚੀ ਵੱਧ ਜਾਂਦੀ ਹੈ। ਖਾਣ ਪੀਣ ਤੋਂ ਬਿਨਾਂ ਕੋਈ ਸਮਾਗਮ ਸੰਪੂਰਨ ਨਹੀਂ ਹੁੰਦਾ। ਭਾਰਤ ਵਿੱਚ ਹਰ ਸਮਾਗਮ ਖਾਣ ਪੀਣ ਦਾ ਹੀ ਇੱਕ ਬਹਾਨਾ ਹੁੰਦਾ ਹੈ। ਤਿਉਹਾਰ, ਮੇਲੇ, ਵਿਆਹ ਆਦਿ ਸਾਰੇ ਖਾਣ ਪੀਣ ਦੇ ਵੰਨ-ਸਵੰਨੇ ਅਵਸਰਾਂ ਕਰਕੇ ਹੀ ਮਨ ਭਾਉਂਦੇ ਬਣੇ ਹਨ। ਜਦੋਂ ਸਾਡੇ ਘਰਾਂ ਵਿੱਚ ਖਾਣ ਪੀਣ ਦੀ ਪੱਧਰ ਵਿਆਹਾਂ ਵਿਚਲੇ ਖਾਣੇ ਦੀ ਪੱਧਰ 'ਤੇ ਆ ਜਾਵੇਗੀ, ਉਦੋਂ ਬਰਾਤਾਂ ਆਪੇ ਛੋਟੀਆਂ ਹੋ ਜਾਣਗੀਆਂ। ਨਿਰਸੰਦੇਹ ਅਸੀਂ ਕਿਸੇ ਮਿਲਣੀ ਜਾਂ ਵਿਆਹ ਆਦਿ ਨੂੰ ਖਾਣ ਦੇ ਸੰਦਰਭ ਵਿੱਚ ਹੀ ਯਾਦ ਰੱਖਦੇ ਹਾਂ। ਕੋਈ ਸਮਾਗਮ ਉਂਝ ਭਾਵੇਂ ਕਿਤਨਾ ਵੀ ਚੰਗਾ ਹੋਵੇ, ਜੇ ਖਾਣ ਪੀਣ ਚੰਗਾ ਅਤੇ ਖੁੱਲ੍ਹਾ ਨਹੀਂ ਤਾਂ ਸਾਰੇ ਸ਼ਿਕਾਇਤਾਂ ਹੀ ਕਰਦੇ ਜਾਣਗੇ। ਜਦੋਂ ਅਸੀਂ ਕਿਸੇ ਨਾਲ ਰੁੱਸਦੇ ਹਾਂ ਤਾਂ ਸਭ ਤੋਂ ਪਹਿਲਾਂ ਉਸ ਨਾਲੋਂ ਖਾਣ ਪੀਣ ਦੇ ਸਬੰਧ ਤੋੜ ਲੈਂਦੇ ਹਾਂ ਅਤੇ ਉਸ ਨਾਲ ਮੁੜ ਖਾਣਾ ਆਰੰਭ ਕਰਕੇ ਹੀ ਸਮਝੌਤਾ ਹੁੰਦਾ ਹੈ। ਜਦੋਂ ਕੋਈ ਸਾਡਾ ਮਿੱਤਰ ਪਿਆਰਾ ਜਾਂ ਸਾਕ ਸੰਬੰਧੀ ਮਰ ਜਾਂਦਾ ਹੈ ਤਾਂ ਅਸਲ 'ਚ ਉਦੋਂ ਤੱਕ ਹੀ ਦੁੱਖ ਹੁੰਦਾ ਹੈ ਜਦੋਂ ਤੱਕ ਭੁੱਖ ਠੀਕ ਨਹੀਂ ਲੱਗਦੀ। ਭੁੱਖ ਲੱਗਣ ਉੱਤੇ ਸਾਡਾ ਨਾਤਾ ਮੁੜ ਜਿਉਂਦੇ ਸੰਸਾਰ ਨਾਲ ਜੁੜ ਜਾਂਦਾ ਹੈ। ਕਿਸੇ ਦੀ ਅੰਤਿਮ ਅਰਦਾਸ ਉਪਰੰਤ ਪ੍ਰਸ਼ਾਦਾ ਵਰਤਾ ਕੇ ਵੀ ਇਹੀ ਸੁਨੇਹਾ ਦਿੱਤਾ ਜਾਂਦਾ ਹੈ ਕਿ ਜਿਉਂਦਿਆਂ ਨਾਲ ਜੁੜੇ ਰਹੀਏ। ਵਧੇਰੇ ਖਾਣ ਨਾਲ ਸਾਡੇ ਗਿਆਨ ਇੰਦਰੀ ਖੁੰਡੇ ਹੋ ਜਾਂਦੇ ਹਨ। ਜਿਹੜੇ ਵਿਅਕਤੀ ਤੁੰਨ ਕੇ ਭੋਜਨ ਖਾਂਦੇ ਹਨ ਉਹ ਚੰਗੇ ਕਾਮੇ ਜਾਂ ਸਾਥੀ ਨਹੀਂ ਹੋ ਸਕਦੇ। ਰਜਵਾਂ ਭੋਜਨ ਖਾਣ ਉਪਰੰਤ ਵਿਅਕਤੀ ਨੂੰ ਸਾਰਾ ਸੰਸਾਰ ਇੱਕ ਵਿਸ਼ਾਲ ਬਿਸਤਰਾ ਦਿਖਾਈ ਦਿੰਦਾ ਹੈ। ਕਹਿੰਦੇ ਹਨ ਕਿ ਬਹਿ ਕੇ ਖਾਦਿਆਂ ਮੋਟਾਪਾ ਵੱਧਦਾ ਹੈ ਤੇ ਖਲੋ ਕੇ ਖਾਦਿਆਂ ਤਾਕਤ ਮਿਲਦੀ ਹੈ। ਤੁਰਨ ਦੇ ਨਾਲ ਭੋਜਨ ਹਜਮ ਹੁੰਦਾ ਹੈ ਅਤੇ ਦੌੜਨ ਉਪਰੰਤ ਖਾਧੇ ਜਾਣ ਵਾਲੇ ਭੋਜਨ ਵਿੱਚੋਂ ਲੰਮੀ ਉਮਰ ਕਰਨ ਵਾਲੇ ਅਤੇ ਸਰੀਰ ਨੂੰ ਅਰੋਗ ਬਣਾਉਣ ਵਾਲੇ ਤੱਤ ਅਤੇ ਰਸ ਮਿਲਦੇ ਹਨ। ਕਈ ਵਿਅਕਤੀ ਇੰਜ ਖਾਂਦੇ ਹਨ ਜਿਵੇਂ ਉਹਨਾਂ ਦਾ ਆਖਰੀ ਭੋਜਨ ਹੋਵੇ। ਭੁੱਖ ਰੱਖ ਕੇ ਖਾਣਾ ਜਾਂ ਵਰਤ ਰੱਖਣਾ ਅਸਲ ਵਿੱਚ ਖਾਣ ਵਿੱਚ ਸੰਜਮ ਲਿਆਉਣ ਦੇ ਢੰਗ ਹਨ। ਜਿਨ੍ਹਾਂ ਨੇ ਕਦੀ ਭੁੱਖ ਹੜਤਾਲ ਕੀਤੀ ਹੈ ਉਹ ਜਾਣਦੇ ਹਨ ਕਿ ਭੁੱਖ ਕੀ ਹੁੰਦੀ ਹੈ ਅਤੇ ਭੁੱਖ ਵਿੱਚ ਸਾਡੇ ਗਿਆਨ ਇੰਦਰੀ ਕਿਵੇਂ ਤਿੱਖੇ ਹੋ ਜਾਂਦੇ ਹਨ। ਪੰਜਾਬੀਆਂ ਕੋਲ ਭੁੱਖ ਦਾ ਅਨੁਭਵ ਨਹੀਂ ਹੈ। ਸਾਡੇ ਸਾਹਿਤ ਵਿੱਚ ਭੁੱਖ ਦੀ ਪੇਸ਼ਕਾਰੀ ਨਹੀਂ ਹੋਈ। ਨਿਰੰਤਰ ਖਾਂਦੇ ਵਿਅਕਤੀ ਅਤੇ ਸੂਰ ਵਿੱਚ ਕੋਈ ਅੰਤਰ ਨਹੀਂ ਹੁੰਦਾ। ਪੰਜਾਬੀ ਖਾਣ ਪੀਣ ਦੇ ਪੱਖੋਂ ਸੌਖੇ ਹਨ ਅਤੇ ਵਧੇਰੇ ਖਾਂਦੇ ਹਨ। ਇਸ ਲਈ ਸਾਡੇ ਸਾਹਿਤ ਵਿੱਚ ਤਿੱਖੇ ਜੀਵਨ ਅਨੁਭਵ ਦੇ ਚਿੱਤਰ ਨਹੀਂ ਮਿਲਦੇ। ਕਹਿੰਦੇ ਹਨ ਰੂਸ ਵਿੱਚ ਜਦੋਂ ਇਨਕਲਾਬ ਆਇਆ ਤਾਂ ਸਾਂਝੇ ਲੰਗਰ ਅਤੇ ਖੁੱਲ੍ਹਾ ਭੋਜਨ ਮਿਲਣ ਕਾਰਨ ਰੂਸੀ ਮੋਟੇ ਹੋਣ ਲੱਗ ਪਏ। ਉਸ ਵੇਲੇ ਲੈਨਿਨ ਨੇ ਕਿਹਾ ਸੀ ਇਹਨਾਂ ਨੂੰ ਰੱਜ ਕੇ ਖਵਾਓ ਅਤੇ ਖਵਾਉਣ ਉਪਰੰਤ ਭਰੇ ਹੋਏ ਪਤੀਲੇ ਰੋੜ ਦਿਓ ਤਾਂ ਜੋ ਇਹ ਜਾਣ ਲੈਣ ਕਿ ਹੁਣ ਅਸੀਂ ਇਤਨਾ ਭੋਜਨ ਪਕਾ ਸਕਦੇ ਹਾਂ ਕਿ ਸਾਡੀਆਂ ਜਨਮਾਂ ਜਨਮਾਂਤਰਾਂ ਦੀ ਭੁੱਖ ਸ਼ਾਂਤ ਹੋ ਜਾਵੇ। ਰੂਸੀਆਂ ਦੀ ਨਵੀਂ ਪੀੜ੍ਹੀ ਪਤਲੀ ਹੈ। ਅਜੋਕੇ ਯੁੱਗ ਵਿੱਚ ਪਤਲਾਪਣ ਅਮੀਰੀ ਦੀ ਨਿਸ਼ਾਨੀ ਹੈ ਅਤੇ ਅਮੀਰ ਉਹ ਸਮਝਿਆ ਜਾਂਦਾ ਹੈ ਜਿਸ ਕੋਲ ਪੈਸਾ ਮੋਟਾ ਹੋਵੇ ਪਰ ਸਰੀਰ ਪਤਲਾ ਹੋਵੇ। ਸਵਾਦ ਭੁੱਖ ਦਾ ਹੁੰਦਾ ਹੈ, ਭੋਜਨ ਦਾ ਨਹੀਂ। ਜਿਹੜੇ ਖੁਸ਼ੀ ਅਤੇ ਜੋਸ਼, ਦਿਲਚਸਪੀ ਅਤੇ ਸ਼ੌਂਕ ਨਾਲ ਭੋਜਨ ਨਹੀਂ ਖਾ ਸਕਦੇ ਉਹ ਕਿਸੇ ਦੇ ਕੰਮ ਵੀ ਨਹੀਂ ਆ ਸਕਦੇ। ਰਲ ਕੇ ਬਹਿ ਕੇ ਪ੍ਰਸੰਨ ਚਿੱਤ ਨਾਲ ਭੋਜਨ ਖਾਣਾ ਇੱਕ ਵਸਦੇ ਰਸਦੇ ਘਰ ਦੀ ਨਿਸ਼ਾਨੀ ਹੁੰਦਾ ਹੈ। ਕਿਸੇ ਟੱਬਰ ਦੀ ਖੁਸ਼ਹਾਲੀ ਉਸ ਘਰ ਦੀ ਰਸੋਈ ਨਾਲ ਜੁੜੀ ਹੁੰਦੀ ਹੈ। ਖਾਣਾ ਖਾਣ ਲਈ ਔਸਤ 20 ਮਿੰਟ ਲੱਗਦੇ ਹਨ। ਇਹਨਾਂ 20 ਮਿੰਟਾਂ ਦੀ ਵਿਉਂਤ ਸਾਡੇ ਸਮੁੱਚੇ ਜੀਵਨ ਦ੍ਰਿਸ਼ਟੀਕੋਣ ਨੂੰ ਨਿਰਧਾਰਤ ਕਰਦੀ ਹੈ। ਕਈ ਖਾ ਕੇ ਆਪਣੇ ਸਰੀਰ ਨੂੰ ਕੁੜੱਬਾ ਬਣਾ ਲੈਂਦੇ ਹਨ। ਸਾਰਾ ਜੀਵਨ ਮਨੁੱਖ ਹਰ ਰੋਜ਼ 3 ਵਾਰ ਭੋਜਨ ਖਾਂਦਾ ਹੈ, ਪਰ ਇਸ ਅਭਿਆਸ ਦੇ ਬਾਵਜੂਦ ਲੋਕੀ ਨਹੀਂ ਜਾਣਦੇ ਕਿ ਕਿਸ ਸਮਾਗਮ 'ਤੇ ਉਹਨਾਂ ਨੂੰ ਆਪਣੀ ਪਲੇਟ ਵਿੱਚ ਕਿਤਨਾ ਭੋਜਨ ਪਾਉਣਾ ਚਾਹੀਦਾ ਹੈ ਅਤੇ ਆਪਣੀ ਪਲੇਟ ਵਿੱਚ ਉਹ ਅਕਸਰ ਲਾਲਚ ਕਾਰਨ ਤਸਲੇ ਜਿਤਨਾ ਭੋਜਨ ਪਾ ਕੇ ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰਦੇ ਹਨ। ਇੱਕ ਅਜਿਹੇ ਵਿਅਕਤੀ ਨੇ ਇੱਕ ਡਾਕਟਰ ਨੂੰ ਪੁੱਛਿਆ ਵੀ ਕੋਈ ਢੰਗ ਦੱਸੋ, ਪਤਲਾ ਹੋਣਾ ਚਾਹੁੰਦਾ ਹਾਂ। ਡਾਕਟਰ ਨੇ ਕਿਹਾ ਵੀ ਕਿਸੇ ਨੂੰ ਪਿਆਰ ਕਰੋ। ਡਾਕਟਰ ਦਾ ਭਾਵ ਸੀ ਕਿ ਕਿਸੇ ਨੂੰ ਪਿਆਰ ਕਰਨ ਦੀ ਸਥਿਤੀ ਵਿੱਚ ਸਾਨੂੰ ਆਪਣਾ ਮੋਟਾਪਾ ਕੁੜੱਬਾ ਪ੍ਰਤੀਤ ਹੋਵੇਗਾ ਅਤੇ ਇਸ ਪਹਿਚਾਣ ਵਿੱਚੋਂ ਹੀ ਖਾਣ ਦਾ ਸੰਜਮ ਉਪਜੇਗਾ, ਕਿਉਂਕਿ ਅਸੀਂ ਪਿਆਰ ਨਾਲ ਹੀ ਰੱਜ ਜਾਵਾਂਗੇ।
ਕਹਿੰਦੇ ਹਨ ਘੱਟ ਖਾਧੇ ਦਾ ਕਦੀ ਪਛਤਾਵਾ ਨਹੀਂ ਹੁੰਦਾ। ਮੋਟੇ ਬੰਦੇ ਅਚਾਨਕ ਅਤੇ ਜਲਦੀ ਮਰ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਚੀਜ਼ ਕੇਵਲ ਸਵਾਦ ਲਈ ਖਾਧੀ ਜਾਵੇ ਉਹ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਤੰਦਰੁਸਤ ਰਹਿਣ ਦਾ ਇੱਕ ਸੁਨਹਿਰੀ ਅਸੂਲ ਹੈ ਕਿ ਜੋ ਮਰਜ਼ੀ ਖਾਓ ਪਰ ਖਾਣੇ ਦੇ ਮੇਜ਼ 'ਤੇ ਖਾਓ, ਜਾਂ ਜੋ ਖਾਣਾ ਹੈ ਉਹ ਇੱਕੋ ਵਾਰੀ ਥਾਲੀ ਵਿੱਚ ਪਾ ਲਵੋ। ਸਾਡੇ ਦੇਸ਼ ਵਿੱਚ ਅਮੀਰੀ ਦੇ ਅਰਥ ਖੁੱਲ੍ਹਾ ਰੱਜ ਕੇ ਖਾਣ ਪੀਣ ਵਿਚਲੀ ਮੌਜ ਤੋਂ ਲਏ ਜਾਂਦੇ ਹਨ, ਪਰ ਅਜਿਹੇ ਘਰਾਂ ਵਿੱਚ ਮਾਲਕ ਬਿਮਾਰ ਹੁੰਦੇ ਹਨ ਅਤੇ ਘੱਟ ਖਾਣ ਵਾਲੇ ਅਤੇ ਕੰਮ ਕਰਨ ਵਾਲੇ ਨੌਕਰ ਹੀ ਤੰਦਰੁਸਤ ਹੁੰਦੇ ਹਨ। ਅਸਲ ਅਮੀਰੀ ਅਤੇ ਖੁਸ਼ਹਾਲੀ ਉੱਥੇ ਹੁੰਦੀ ਹੈ ਜਿੱਥੇ ਖਾਣ ਪੀਣ ਨੂੰ ਖੁੱਲ੍ਹਾ ਹੋਵੇ ਪਰ ਸਰੀਰ ਵਿੱਚੋਂ ਸੰਜਮ ਅਤੇ ਸੰਕੋਚ ਝਲਕੇ। ਸੋ ਇਸ ਦੇ ਨਾਲ ਹੀ ਆਪਣਾ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਾਂਗੇ ਆਪਾਂ ਇੱਕ ਨਵੇਂ ਟੌਪਿਕ ਦੇ ਨਾਲ। ਧੰਨਵਾਦ।